जगत पंजाबी सभा कनेडा ਅਤੇ खालसा कॉलेज पटियाला ਦੇ ਸਾਂਝੇ ਉਪਰਾਲੇ सदका ਅੱਜ ਪਟਿਆਲਾ ਦੇ ਵਿੱਚ ਖਾਲਸਾ ਕਾਲਜ ਵਿੱਚ ਮਾਂ ਬੋਲੀ ਦਿਵਸ ਦੇ ਮੌਕੇ ਤੇ ਮਾਂ ਬੋਲੀ ਪੰਜਾਬੀ ਦਾ ਮਿਆਰ ਉੱਚਾ ਚੁੱਕਣ ਵਾਲੇ 101 ਬੁੱਧੀਜੀਵੀ ਅਤੇ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ, ਜਿਸ ਵਿੱਚ ਪੰਜਾਬ ਭਰ ਦੇ ਵੱਖ-ਵੱਖ ਸ਼ਖਸੀਅਤਾਂ ਅਤੇ ਬੁੱਧੀਜੀਵੀਆਂ ਨੇ ਭਾਗ ਲਿਆ। ਪੰਜਾਬ ਪੁਲਿਸ ਦੇ ਵਿੱਚ ਬਤੌਰ DSP ਸੇਵਾਵਾਂ ਨਿਭਾ ਰਹੇ ਗੁਰਵਿੰਦਰ ਸਿੰਘ ਬੱਲ ਅਤੇ ਪੰਜਾਬ ਦੇ ਪ੍ਰਸਿੱਧ ਗਾਇਕ ਮੁਹੰਮਦ ਸਦੀਕ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਹਨਾਂ ਨੇ ਦੱਸਿਆ ਕਿ ਸਾਨੂੰ ਇਹ ਮਾਣ ਪ੍ਰਾਪਤ ਹੋਣ ਤੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਅਤੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਸਾਨੂੰ ਪੰਜਾਬੀ ਹੋਣ ਤੇ ਮਾਣ ਹੈ। ਕੈਮਰਾਮੈਨ ਡਿੰਪਲ ਦੀ ਰਿਪੋਰਟ। हाँ सर, आज के फंक्शन बारे दस जो ये जगत पंजाबी सभा कैनेडा ਅਤੇ खालसा कॉलेज पटियाला ਵੱਲੋਂ ਸਾਂਝਾ ਯਤਨ ਕਰਕੇ ਸਾਰੇ ਵਿਸ਼ਵ 'ਚੋਂ ਜਿਹੜੇ ਸਿਰਮੌਰ ਪੰਜਾਬੀ ਹੈਗੇ ਨੇ 101 ਉਹਨਾਂ ਦੇ ਸਨਮਾਨ ਸੰਬੰਧੀ ਅੱਜ ਇੱਥੇ ਪ੍ਰੋਗਰਾਮ ਰੱਖਿਆ ਹੈ ਖਾਲਸਾ ਕਾਲਜ ਪਟਿਆਲਾ ਵਿਖੇ ਅਤੇ ਜਿਹਦੇ ਵਿੱਚ ਇਹਨਾਂ ਨੇ ਮੈਨੂੰ ਵੀ ਚੁਣਿਆ ਹੈਗਾ ਅਤੇ ਮੈਂ ਇਸ ਪ੍ਰੋਗਰਾਮ 'ਚ ਸ਼ਿਰਕਤ ਕਰਨ ਆਇਆ ਹਾਂ ਅਤੇ ਮੈਂ ਇਹਨਾਂ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਕਿਉਂਕਿ ਇਹਨਾਂ ਨੇ ਬਹੁਤ ਹੀ ਅੱਛਾ ਯਤਨ ਕੀਤਾ। ਹਰ ਖੇਤਰ 'ਚੋਂ ਇਹਨਾਂ ਨੇ ਮਤਲਬ ਜਿਹੜੇ ਹੈਗੇ ਨੇ ਆਪਣੇ ਪੰਜਾਬੀ ਲੋਕ ਨੇ ਇਹਨਾਂ ਦੀ ਕੋਈ ਨਾ ਕੋਈ ਦੇਣ ਹੈ, ਕੋਈ ਨਾ ਕੋਈ ਯੋਗਦਾਨ ਹੈ ਅਤੇ ਉਹਨਾਂ ਨੂੰ ਇੱਥੇ ਇਕੱਠੇ ਕਰਕੇ ਜਿਹੜਾ ਇਹ ਪ੍ਰੋਗਰਾਮ ਅੱਜ ਦਾ ਕੀਤਾ ਉਹਦੇ ਨਾਲ ਜਿਹੜਾ ਚੰਗੇ ਕੰਮ ਕਰਨ ਵਾਸਤੇ ਸਾਰਿਆਂ ਨੂੰ ਪ੍ਰੇਰਨਾ ਮਿਲਦੀ ਹੈ ਅਤੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ। ਸਰ, ਜਿਸ ਤਰ੍ਹਾਂ ਤੁਹਾਨੂੰ ਇੱਕ ਸਨਮਾਨ ਮਿਲ ਰਿਹਾ ਹੈ, ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਤੁਸੀਂ ਅੱਜ? ਮੈਂ ਤਾਂ ਅਚਾਨਕ ਮੈਨੂੰ ਅਚੰਭਾ ਹੀ ਲੱਗਿਆ ਜਦੋਂ ਮੇਰਾ ਨਾਂ ਇਹਦੇ ਵਿੱਚ ਚੁਣਿਆ ਗਿਆ ਅਤੇ ਮੈਨੂੰ ਪਤਾ ਚੱਲਿਆ, ਮੈਨੂੰ ਮੈਸੇਜ ਮਿਲਿਆ ਵੀ ਤੁਸੀਂ ਵੀ ਇੱਥੇ ਪਹੁੰਚਣਾ। ਮੈਨੂੰ ਬਹੁਤ ਹੀ ਅੱਛਾ ਲੱਗਿਆ ਔਰ ਜਿਵੇਂ ਦਾ ਇਹਨਾਂ ਨੇ ਪ੍ਰੋਗਰਾਮ ਔਰਗੇਨਾਈਜ਼ ਕੀਤਾ ਇੱਥੇ ਆ ਕੇ ਮੈਨੂੰ ਹੋਰ ਵੀ ਖੁਸ਼ੀ ਪ੍ਰਾਪਤ ਹੋਈ ਹੈ। ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਹੋਣੇ ਚਾਹੀਦੇ ਨੇ, ਜਿਸ ਤਰ੍ਹਾਂ ਕੋਈ ਸ਼ਖਸੀਅਤਾਂ ਨੂੰ ਜਿਹੜਾ ਸਨਮਾਨ ਮਿਲਣਾ ਚਾਹੀਦਾ ਹੈ। ਹਾਂਜੀ, ਇਹ ਜਿਹੜਾ ਹੈਗਾ ਇੱਥੇ ਆ ਕੇ ਮੈਨੂੰ ਪਤਾ ਚੱਲਿਆ ਕਿ 1980 ਤੋਂ ਬਾਅਦ ਇੰਗਲੈਂਡ ਵਿਖੇ ਇਸ ਤਰ੍ਹਾਂ ਦਾ ਜਿਹੜਾ ਪ੍ਰੋਗਰਾਮ ਜਿਹੜਾ ਪਹਿਲਾਂ ਆਰੰਭ ਕੀਤਾ ਗਿਆ ਸੀ ਉਹ ਬੰਦ ਹੋ ਗਿਆ। 1980 ਤੋਂ ਬਾਅਦ ਉਹ ਹੋਇਆ ਨਹੀਂ ਅਤੇ ਜਿਹੜੇ ਵਿਦਵਾਨ ਲੋਕ ਨੇ ਪੰਜਾਬੀ ਦੇ ਔਰ ਬੁੱਧੀਜੀਵੀ ਨੇ ਉਹਨਾਂ ਦਾ ਇਹ ਮਤਲਬ ਸੁਪਨਾ ਸੀ ਕਿ ਕੋਈ ਜਿਹੜਾ ਵਿਸ਼ਵ ਪੱਧਰ 'ਤੇ ਇਹੋ ਜਿਹਾ ਪ੍ਰੋਗਰਾਮ, ਇਹੋ ਜਿਹੀ ਕੋਈ ਸੰਸਥਾ ਬਣਾਈ ਜਾਵੇ। ਜਿਹੜਾ ਇਹਨਾਂ ਨੇ ਦੁਬਾਰਾ ਇਹ ਕੰਮ ਸ਼ੁਰੂ ਕੀਤਾ, ਮਤਲਬ ਇਹ ਬਹੁਤ ਹੀ ਇਹਦਾ ਯੋਗਦਾਨ ਹੈ ਸਮਾਜ ਵਿੱਚ ਅਤੇ ਜਿਹੜਾ ਪੰਜਾਬੀਆਂ ਦਾ ਜਿਹੜਾ ਨਾਂ ਹੈਗਾ ਉਹ ਵਿਸ਼ਵ ਪੱਧਰ 'ਤੇ ਇਸ ਚੀਜ਼ ਨਾਲ ਲੋਕਾਂ ਨੂੰ ਜਾਣੂ ਹੋਣਗੇ ਅਤੇ ਇਹ ਚਮਕੇਗਾ। ठीक है। मैं बड़ा खुशकिस्मत हाँ कि जगत पंजाबी सभा मैनू बुला के मेरा मान सम्मान कर रही है। मैं इस काबिल तो नहीं सी, पर मैं समझदा भी पता नहीं इस सभा ने मेरे विच की गुण देखा या कोई की कुछ उन्होंने महसूस किया, तो जो मैनू मान दे रहे हैं मैं एक तो सभा का बहुत बहुत धन्यवाद करदा। दूजी गल है भी हाँ मैं पंजाबी नाल जुड़िया होया हाँ क्योंकि मैं पंजाब च पैदा होया, पंजाब च रहा तो गीत संगीत की जी सेवा मैं की है वो पंजाबी जबान नाल की है, पंजाबी भाषा च की है। इस करके शायद मैं समझदा भी
ਮੈਂ ਇਸ ਕਾਬਲ ਨਹੀਂ ਸੀ, ਪਰ ਜੋ ਮੇਰਾ ਮਾਣ ਹੋ ਰਿਹਾ, ਮੈਂ ਸਭਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਖਾਸ ਤੌਰ 'ਤੇ VC ਸਾਹਿਬ ਜੋ ਸਾਡੇ ਗਿੱਲ ਸਾਹਿਬ ਨੇ, ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਉਹਨਾਂ ਨੇ ਮੈਨੂੰ ਐਸੇ ਸ਼ੁਭ ਮੌਕੇ 'ਤੇ ਯਾਦ ਕੀਤਾ, ਤਾਂ ਮੇਰੇ ਕੋਲ ਤਾਂ ਐਸੇ ਅਲਫਾਜ਼ ਨਹੀਂ ਹੈਗੇ ਜੋ ਮੈਂ ਉਹਨਾਂ ਦਾ ਧੰਨਵਾਦ ਕਰ ਸਕਾਂ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਇੱਕ ਪੰਜਾਬੀ ਬਾਰੇ ਆਪਾਂ ਦੇਖ ਰਹੇ ਹਾਂਗੇ ਕਿ ਇੱਕ ਵੈਸਟਰਨ ਕਲਚਰ ਜਿਹੜਾ ਪੰਜਾਬ ਦੇ ਵਿੱਚ ਖਾਸਾ ਫੈਲ ਰਿਹਾ ਹੈਗਾ, ਤੇ ਜਿਵੇਂ ਪੰਜਾਬੀ ਨੂੰ ਆਪਾਂ ਪ੍ਰਮੋਟ ਕਰਨ ਦੇ ਵਾਸਤੇ ਤੁਸੀਂ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿ ਜਿਹੜੀ ਮਾਂ ਬੋਲੀ ਨੂੰ ਆਪਣਾ ਰੱਖਿਆ ਜਾਵੇ, ਪ੍ਰਮੋਟ ਕੀਤਾ ਜਾਵੇ? ਮੈਂ ਸ਼ਾਇਦ ਕਿਸੇ ਨੂੰ ਗੱਲ ਕੌੜੀ ਲੱਗੇ, ਸਭ ਤੋਂ ਪਿਆਰੀ ਔਰ ਸਭ ਤੋਂ ਸਤਿਕਾਰਤ ਜੋ ਤੁਹਾਡੇ ਕੋਲ ਚੀਜ਼ ਹੈ ਨਾ, ਉਹ ਇਕੱਲੀ ਤੁਹਾਡੀ ਭਾਸ਼ਾ ਹੈ। ਤੁਹਾਡੀ ਭਾਸ਼ਾ ਹੀ ਤੁਹਾਡੀ ਪਛਾਣ ਹੈ। ਕਿਤੇ ਚਲੇ ਜਾਓ, ਜਦੋਂ ਤੁਸੀਂ ਆਪਣੀ ਭਾਸ਼ਾ ਬੋਲੋਗੇ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਕੌਣ ਹੈ, ਕਿੱਥੋਂ ਆਇਆ। ਇਹਦੀ ਮਤਲਬ ਭਾਸ਼ਾ ਤੋਂ ਪਹਿਚਾਣ ਹੈ, ਕਿਸੇ ਧਰਮ ਤੋਂ, ਕਿਸੇ ਹੋਰ ਫਿਰਕੇ ਤੋਂ ਜਾਂ ਕਿਸੇ ਪਹਿਰਾਵੇ ਤੋਂ ਪਛਾਣ ਨਹੀਂ ਹੈ, ਲੇਕਿਨ ਭਾਸ਼ਾ ਤੋਂ ਪਛਾਣ ਹੈ। ਮੈਂ ਸਮਝਦਾ ਪੰਜਾਬੀ ਭਾਸ਼ਾ ਜੋ ਲੋਕ ਪੰਜਾਬ 'ਚ ਪੈਦਾ ਹੋਏ ਨੇ, ਪੰਜਾਬੀ ਉਹਨਾਂ ਦੀ ਮਾਂ ਬੋਲੀ ਹੈ, ਉਹਨਾਂ ਨੂੰ ਚਾਹੀਦਾ ਵੱਧ ਚੜ੍ਹ ਕੇ ਇਸ ਗੱਲ 'ਚ ਹਿੱਸਾ ਲੈਣ ਵੀ ਪੰਜਾਬੀ ਦਾ ਵੱਧ ਤੋਂ ਵੱਧ ਪ੍ਰਸਾਰ ਕੀਤਾ ਜਾਵੇ, ਅਤੇ ਪੰਜਾਬੀ ਦਾ ਸਭ ਤੋਂ ਵੱਧ ਪੰਜਾਬੀ ਨਾਲ ਹੀ ਪੰਜਾਬੀ ਬੋਲ ਕੇ, ਪੰਜਾਬੀ ਭਾਸ਼ਾ, ਪੰਜਾਬੀ ਗਾਇਕੀ, ਪੰਜਾਬੀ ਕਵਿਤਾ, ਪੰਜਾਬੀ ਸਾਹਿਤ, ਇਹਦੇ ਨਾਲ ਮੈਂ ਸਮਝਦਾ ਜੇ ਦੁਨੀਆ ਦੇ ਵਿੱਚ ਪ੍ਰਸਾਰ ਕੀਤਾ ਜਾਵੇ ਪੰਜਾਬੀ ਮਾਂ ਬੋਲੀ ਦਾ ਤਾਂ ਬਹੁਤ ਅੱਛਾ ਹੋਊਗਾ। ਇੱਕ ਪਾਸੇ ਤੁਸੀਂ ਜਿਵੇਂ ਪੰਜਾਬ ਦੀ ਸਿੰਗਿੰਗ ਦੇ ਨਾਲ ਜੁੜੇ ਹੋਏ ਹੋ, ਪਿਛਲੇ ਕਈ ਦਹਾਕਿਆਂ ਤੋਂ ਜੁੜੇ ਹੋਏ ਹੋ, ਪਿਛਲੀ ਜਿਹੜਾ ਪੰਜਾਬ ਸੀਗਾ ਆਪਣਾ ਤੇ ਅੱਜ ਦੇ ਪੰਜਾਬ ਦੇ ਵਿੱਚ ਤੁਸੀਂ ਕੀ ਫਰਕ ਸਮਝਦੇ ਹੋਗੇ? ਪਿਛਲਾ ਪੰਜਾਬ ਕਿਹੜਾ? ਜਿਵੇਂ ਤੁਸੀਂ ਇਤਿਹਾਸਕ ਜਿਹੜੇ ਪੁਰਾਣੇ ਤੁਸੀਂ ਗੀਤ ਗਾਉਂਦੇ ਸੀਗੇ ਤੇ ਅੱਜ ਦੇ ਜਿਹੜੇ ਗੀਤਾਂ ਦੀ ਆਪਾਂ ਜ਼ਿਕਰ ਕਰਿਆ ਜਾਵੇ, ਇਹਨਾਂ ਵਿੱਚ ਕਾਫੀ ਜਿਹੜਾ ਹੈਗਾ ਗੈਪ ਪੈ ਗਿਆ ਹੈਗਾ। ਦਰਅਸਲ ਗੱਲ ਇਹ ਹੈ ਬਈ ਜਿਹੜਾ ਬਦਲਾਅ ਹੈ ਨਾ, ਇਹ ਇੱਕ ਕੁਦਰਤ ਦਾ ਅਸੂਲ ਵੀ ਹੈ ਅਤੇ ਸਮੇਂ ਦੀ ਮੰਗ ਵੀ ਹੈ ਬਦਲਾਅ, ਕਿਉਂਕਿ ਲੋਕ ਪੜ੍ਹ ਲਿਖ ਗਏ ਨੇ, ਲੋਕ ਫੋਰਨ ਕੰਟਰੀ ਚਲੇ ਗਏ ਨੇ, ਉੱਥੋਂ ਦੇ ਪਹਿਰਾਵਾ, ਉੱਥੋਂ ਦਾ ਖਾਣ ਪੀਣ ਸਭ ਕੁਝ ਐਸਾ ਹੋ ਗਿਆ, ਤਾਂ ਉਹਨਾਂ ਦੀ ਸੋਚ ਵੀ ਕੁਝ ਇਸ ਕਿਸਮ ਦੀ ਹੋ ਗਈ ਹੈ। ਅਤੇ ਅੱਜ ਜਿਹੜੇ ਗੀਤ ਨੇ ਜਾਂ ਸੰਗੀਤ ਹੈ, ਉਹ ਮੈਂ ਸਮਝਦਾ ਉਹਦੇ ਵਿੱਚ ਵੈਸਟਰਨ ਦੇ ਵਿੱਚ ਰਲ ਕੱਢ ਹੋ ਗਿਆ। ਸਾਡਾ ਪਿਓਰ ਜਿਹੜੀ ਚੀਜ਼ ਹੈ ਨਾ, ਉਹ ਫਿਲਹਾਲ ਰਹੀ ਨਹੀਂ ਹੈ, ਲੇਕਿਨ ਹਾਲੇ ਹੈਗੀ ਹੈ, ਕਿਉਂਕਿ ਪੰਜਾਬੀ ਸੰਗੀਤ, ਪੰਜਾਬੀ ਧੁਨਾਂ, ਪੰਜਾਬੀ ਲੋਕ ਗੀਤ, ਇਹਨਾਂ ਦੀ ਜੜ ਇੰਨੀ ਡੂੰਘੀ ਹੈ। ਅਗਰ ਕੋਈ ਵਾਬਰੋਲਾ ਆ ਕੇ ਉੱਤੋਂ ਪਤਝੜ ਕਰ ਵੀ ਦਿਓਗੇ ਨਾ, ਪਰ ਇਹਦੀ ਜੜ੍ਹਾਂ ਇੰਨੀਆਂ ਡੂੰਘੀਆਂ ਨੇ, ਇਹ ਫਿਰ ਪੁੰਗਰ ਪੈਂਦੀ ਹੈ। ਮਤਲਬ ਪੰਜਾਬੀ ਕਲਚਰ ਨੂੰ, ਪੰਜਾਬੀ ਸੱਭਿਆਚਾਰ ਨੂੰ ਖਤਰਾ ਤਾਂ ਕਿਸੇ ਗੱਲ ਦਾ ਨਹੀਂ ਹੈ। ਹਾਂ, ਇੰਨਾ ਜ਼ਰੂਰ ਹੈ ਵੀ ਜਿਹੜੇ ਲੋਕ ਇਹਨੂੰ ਪਸੰਦ ਕਰਨ ਲੱਗ ਗਏ ਨੇ, ਉਹਨਾਂ ਨੂੰ ਥੋੜ੍ਹਾ ਜਿਹਾ ਸੋਚਣਾ ਚਾਹੀਦਾ ਵੀ ਅਸੀਂ ਕੀ ਪਸੰਦ ਕਰ ਰਹੇ ਹਾਂ, ਕਿਉਂਕਿ ਸਾਡਾ ਸੱਭਿਆਚਾਰ ਹੋਰ ਹੈ, ਸਾਡੀ ਭਾਸ਼ਾ ਹੋਰ ਹੈ, ਅਤੇ ਸਾਡਾ ਕਲਚਰ ਹੋਰ ਹੈ। ਤਾਂ ਮੈਂ ਸਮਝਦਾ ਵੀ ਅੱਜ ਦਾ ਜਿਹੜਾ ਨੌਜਵਾਨ ਹੈ, ਕਿਉਂਕਿ ਸਮੇਂ ਦੇ ਮੁਤਾਬਕ, ਪਹਿਰਾਵੇ ਦੇ ਮੁਤਾਬਕ ਉਹ ਇਸ ਕਿਸਮ ਦੀ ਸੋਚ ਰੱਖਣ ਲੱਗ ਗਿਆ, ਹਥਿਆਰਾਂ ਦੇ ਗੀਤ ਚੱਲਣ ਲੱਗ ਗਏ ਨੇ, ਅਤੇ ਮੈਂ ਸਮਝਦਾ ਉਹ ਠੀਕ ਤਾਂ ਨਹੀਂ ਹੈ, ਲੇਕਿਨ ਨੌਜਵਾਨਾਂ ਨੂੰ ਰੋਕਿਆ ਜਾ ਸਕਦਾ, ਪ੍ਰੇਰਣਾ ਕੀਤੀ ਜਾ ਸਕਦੀ ਹੈ ਉਹਨਾਂ ਜ਼ਰੂਰ ਵੀ ਦੇਖੋ ਇਹ ਆਪਣਾ ਕਲਚਰ ਨਹੀਂ ਹੈ। ਹੋ ਸਕਦਾ ਠੀਕ ਵੀ ਹੋ ਜਾਣਗੇ, ਕੋਈ ਐਸੀ ਗੱਲ ਨਹੀਂ ਹੈ। ਠੀਕ ਹੈ, ਵਕਤ ਦੀ ਗੱਲ ਹੈ, ਸਮਾਂ ਦੇ ਵਿੱਚ ਬਦਲਾਅ ਆਉਂਦਾ, ਥੋੜ੍ਹੀ ਦੇਰ ਬਦਲਾਅ ਆਇਆ, ਫਿਰ ਉੱਥੇ ਹੀ ਆ ਜਾਊਗਾ ਤੁਹਾਨੂੰ। ਹਾਂਜੀ ਸਰ, ਦੱਸੋ ਵਾਸਤੇ ਫੰਕਸ਼ਨ ਬਾਰੇ ਦੱਸੋ। ਅੱਜ ਜਗਤ ਪੰਜਾਬੀ ਸਭਾ ਕੈਨੇਡਾ ਵੱਲੋਂ ਖਾਲਸਾ ਕਾਲਜ ਪਟਿਆਲਾ ਦੇ ਸਹਿਯੋਗ ਨਾਲ ਸਿਰਮੌਰ ਸ਼ਖਸੀਅਤਾਂ ਚੁਣ ਕੇ 101 ਉਹਨਾਂ ਦਾ ਸਨਮਾਨ ਸਮਾਗਮ ਰੱਖਿਆ ਗਿਆ ਹੈ। ਮੈਂ ਸਰਦਾਰ ਜੈਪ ਸਿੰਘ ਜੀ ਚੱਠਾ ਜੋ ਚੇਅਰਮੈਨ ਨੇ, ਗਿੱਲ ਸਾਹਿਬ, ਵਾਈਸ ਚਾਂਸਲਰ ਸਾਹਿਬ, ਢਿੱਲੋਂ ਸਾਹਿਬ ਅਤੇ ਹੋਰ ਸਾਰੀ ਟੀਮ ਜੋ ਇਹਨਾਂ ਦੇ ਨਾਲ ਲਗਾਤਾਰ ਕਾਰਜ ਕਰ ਰਹੀ ਆ, ਉਹਨਾਂ ਨੂੰ ਮੁਬਾਰਕਬਾਦ ਦਿੰਦਾ। ਹਮੇਸ਼ਾ ਪੰਜਾਬੀ ਮਾਂ ਬੋਲੀ ਦੀ ਸੇਵਾ, ਪੰਜਾਬੀਅਤ ਦੀ ਸੇਵਾ ਦੇ ਲਈ ਜੋ ਯਤਨ ਇਹਨਾਂ ਵੱਲੋਂ ਕੀਤੇ ਜਾ ਰਹੇ ਨੇ, ਕੈਨੇਡਾ ਦੇ ਵਿੱਚ ਵਿਸ਼ਵ ਪੰਜਾਬੀ ਕਾਨਫਰੰਸ ਨਿਰੰਤਰ ਕਰਵਾਈ ਜਾ ਰਹੀ ਹੈ, ਇਹ ਸਾਰੇ ਹੀ ਸ਼ਲਾਘਾਯੋਗ ਉਪਰਾਲੇ ਨੇ, ਕਿਉਂਕਿ ਦੁਨੀਆ ਦੇ ਵਿੱਚ ਜਦੋਂ ਅਸੀਂ ਆਪਣੀ ਮਾਂ ਬੋਲੀ ਦਾ, ਆਪਣੀ ਭਾਸ਼ਾ ਦਾ, ਆਪਣੇ ਸੱਭਿਆਚਾਰ ਦਾ, ਆਪਣੇ ਸੰਸਕਾਰਾਂ ਦਾ ਫੈਲਾਅ ਕਰਨਾ, ਤਾਂ ਇਸ ਤਰ੍ਹਾਂ ਦੇ ਸਮਾਗਮਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਤਾਂ ਮੈਂ ਖਾਲਸਾ ਕਾਲਜ ਪਟਿਆਲਾ ਦੀ ਤਰਫ ਤੋਂ ਜਿੱਥੇ ਇਹਨਾਂ ਸਾਰੀਆਂ ਹੀ ਸਤਿਕਾਰਤ ਸ਼ਖਸੀਅਤਾਂ ਨੂੰ ਜੀ ਆਇਆਂ ਨੂੰ ਆਖਦਾ, ਉੱਥੇ ਚੱਠਾ ਸਾਹਿਬ ਦਾ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਖਾਲਸਾ ਕਾਲਜ ਪਟਿਆਲਾ ਦੀ ਕੋਲੈਬੋਰੇਸ਼ਨ ਦੇ ਨਾਲ ਇਹ ਸਮਾਗਮ ਇੱਥੇ ਰੱਖਿਆ। ਧੰਨਵਾਦ। ਹਾਂਜੀ ਸਰ, ਆਪਣਾ ਦੱਸ ਦਿਓ ਫੰਕਸ਼ਨ ਦੇ ਬਾਰੇ। ਹਾਂਜੀ, ਸਤਿ ਸ਼੍ਰੀ ਅਕਾਲ। ਅੱਜ ਸਰ ਜਗਤ ਪੰਜਾਬੀ ਸਭਾ ਜਿਹੜੀ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਹੈ, ਉਹਦੀ ਅੱਜ ਸਾਡੀ ਇੱਥੇ ਮੀਟਿੰਗ ਹੈ। ਅਸੀਂ ਪੰਜਾਬ ਦੇ ਵਿੱਚ, ਸਾਰੇ ਪੰਜਾਬ ਦੇ ਵਿੱਚ ਜਾਂ ਵਰਲਡ ਦੇ ਵਿੱਚ 101 ਪੰਜਾਬੀਜ਼ ਨੇ ਜਿਹੜੇ ਉਹ ਚੁਣੇ ਸੀਗੇ, ਜਿਨ੍ਹਾਂ ਨੂੰ ਅਸੀਂ ਅੱਜ ਔਨਰ ਕਰਨੇ ਜਾਂਦੇ ਹਾਂ। ਉਹਨਾਂ ਤੋਂ ਕੋਈ ਤਕਰੀਬਨ 40 ਬੰਦੇ ਨੇ ਜਿਹੜੇ ਇੱਥੇ ਸਾਰੇ ਪੰਜਾਬ ਦੇ ਵਿੱਚੋਂ
ਅੱਜ ਪਹੁੰਚ ਰਹੇ ਨੇ, ਉਹਨਾਂ ਨੂੰ ਅਸੀਂ ਆਨਰ ਕਰਾਂਗੇ। ਅਤੇ ਦੂਜਾ ਅਸੀਂ ਆਪਣਾ ਜਿਹੜਾ ਪ੍ਰੋਗਰਾਮ ਹੈ ਅੱਜ ਤੱਕ 2 ਸਾਲਾਂ ਦੇ ਵਿੱਚ ਕੀ ਕਰਿਆ ਅਤੇ ਅੱਗੇ ਤੇ ਅਸੀਂ ਕੀ ਕਰਨਾ ਹੈ, ਉਹਦਾ ਵੀ ਪ੍ਰੋਗਰਾਮ ਅਸੀਂ ਦੇਵਾਂਗੇ। ਕਿਵੇਂ ਦਾ ਕੰਮ ਹੁੰਦਾ ਜੀ ਮਤਲਬ ਕਿਵੇਂ ਦਾ ਕੰਮ ਹੁੰਦਾ ਬਾਈ 2 ਸਾਲ ਵਰਲਡ ਪੰਜਾਬੀ ਕਾਨਫਰੰਸ ਹੈ ਜਿਹੜੀ, ਇਹ ਬੜੀ ਦੇਰ ਤੋਂ ਹੋ ਰਹੀਆਂ ਨੇ ਅਤੇ ਜਿਹੜੇ ਪੰਜਾਬੀ ਨੇ ਵਰਲਡ ਓਵਰ ਕਿਤੇ ਨਾ ਕਿਤੇ ਇਕੱਠੇ ਹੁੰਦੇ ਨੇ, ਰੈਗੂਲਰ ਫੀਚਰ ਹੈਗਾ ਸਾਡੇ ਕੰਟਰੀ ਦਾ। ਪਰ ਇਹਨਾਂ ਦੀ ਜਿਹੜੀ ਇੱਕ ਕਾਨਫਰੰਸ ਹੈ ਦੂਜੀ ਕਾਨਫਰੰਸ ਨਾਲ ਪਹਿਲਾਂ ਕੋਈ ਤਾਲਮੇਲ ਨਹੀਂ ਸੀ ਹੁੰਦਾ। ਜਦੋਂ ਇੱਕ ਕਾਨਫਰੰਸ ਹੋ ਜਾਂਦੀ ਸੀ ਅੱਗੇ ਜਿਹੜਾ ਪ੍ਰੋਗਰਾਮ ਲਿਖਿਆ ਜਾਂਦਾ ਸੀ ਉਹ ਕੋਈ ਫਾਲੋ ਅਪ ਨਹੀਂ ਸੀ ਹੁੰਦਾ। ਪਿਛਲੀ ਕਾਨਫਰੰਸ ਅਸੀਂ ਡਿਸਾਈਡ ਕਰਿਆ ਸੀ ਕਿ ਅਸੀਂ ਇਹਨੂੰ ਅੱਗੇ ਵਧਾਵਾਂਗੇ ਅਤੇ ਸਾਰੇ ਜਿਹੜੇ ਪ੍ਰੋਗਰਾਮ ਨੇ ਉਹਨਾਂ ਨੂੰ ਚਾਲੂ ਰੱਖਾਂਗੇ। ਇਹਦੇ ਵਿੱਚ ਪਹਿਲਾਂ ਤਾਂ ਅਸੀਂ ਇਹ ਕਰਿਆ ਜਿੰਨੀਆਂ ਵੀ ਅੱਜ ਤੱਕ ਵਰਲਡ ਪੰਜਾਬੀ ਕਾਨਫਰੰਸ ਹੋਈਆਂ ਨੇ ਉਹ ਸਾਰੀਆਂ ਕਾਨਫਰੰਸ ਅਸੀਂ ਡਾਟਾ ਇਕੱਠਾ ਕਰਕੇ ਇੱਕ ਬੁੱਕ ਦੀ ਸ਼ਕਲ ਦੇ ਵਿੱਚ ਛਾਪ ਦਿੱਤੀ। ਉਹ ਅਸੀਂ ਫਸਟ ਅਚੀਵਮੈਂਟ ਹੈ ਸਾਡੀ। ਦੂਜਾ ਸਾਡੀ ਨੈਤਿਕ ਐਜੂਕੇਸ਼ਨ ਹੈ ਜਿਹੜੀ ਅਸੀਂ ਦੇਣਾ ਚਾਹੁੰਦੇ ਸੀ ਸੋਸਾਇਟੀ ਨੂੰ, ਉਹਦੇ ਵਿੱਚ ਜਿਹੜਾ ਸਾਡਾ ਕੋਈ ਬੁੱਕ ਨਹੀਂ ਸੀ, ਅਸੀਂ ਇੱਕ ਨੈਤਿਕ ਐਜੂਕੇਸ਼ਨ 'ਤੇ ਵੀ ਇੱਕ ਬੁੱਕ ਉਹ ਕਰ ਦਿੱਤੀ ਹੈ, ਛਾਪ ਦਿੱਤੀ ਹੈ, ਜਿਹੜੀ ਕਿ ਅੱਗੇ ਤੋਂ ਹਰ ਕਾਲਜ ਅਸੀਂ ਸੋਚਦੇ ਹਾਂ ਕਿ ਹਰ ਕਾਲਜ ਦੇ ਵਿੱਚ ਹਰ ਸਕੂਲ ਦੇ ਵਿੱਚ ਪੜ੍ਹਾਈ ਜਾਵੇਗੀ ਅਤੇ ਮੋਸਟਲੀ ਟੀਚਰਾਂ ਨੂੰ ਪੜ੍ਹਾਈ ਜਾਵੇਗੀ। ਇੱਕ ਸਾਡੇ ਬੜੀ ਵੱਡੀ ਕਮੀ ਸੀ ਕਿ ਸਾਡੇ ਜਿਹੜੀ ਪ੍ਰਾਇਮਰੀ ਐਜੂਕੇਸ਼ਨ ਆ ਬਹੁਤ ਨਿਗਲੈਕਟ ਹੋ ਰਹੀ ਹੈ ਅਤੇ ਉਹਦੇ ਵਿੱਚ ਜਦੋਂ ਅਸੀਂ ਹਿਸਟਰੀ ਦੇ ਵਿੱਚ ਦੇਖਿਆ ਤਾਂ ਇੱਕ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਕਾਇਦਾ ਬਣਾਇਆ ਸੀ, ਕਾਇਦੇ ਨੂੰ, ਜਿਹਦੇ ਨਾਲ ਪੰਜਾਬ ਦੇ ਵਿੱਚ 100% ਐਜੂਕੇਸ਼ਨ ਹੁੰਦੀ ਸੀ। ਅਸੀਂ ਉਹ ਕਾਇਦਾ ਅੱਜ ਕੱਲ੍ਹ ਕਿਤੇ ਮਿਲ ਨਹੀਂ ਰਿਹਾ ਦੁਨੀਆ 'ਚ, ਅਤੇ ਅਸੀਂ ਇੱਕ ਨਵਾਂ ਕਾਇਦਾ ਜਿਹੜਾ ਉਹ ਬਣਾ ਲਿਆ ਅਤੇ ਉਸ ਜਲਦੀ ਹੀ ਅਸੀਂ ਉਹਨੂੰ ਆਪਣੀ ਪ੍ਰੈਸ ਦੇ ਵਿੱਚ ਦੇਵਾਂਗੇ। ਇਹ ਜਿਹੜਾ ਕਾਨਫਰੰਸਾਂ ਦਾ ਜਰੀਆ ਇਹ ਅਸੀਂ ਚਾਲੂ ਰੱਖਾਂਗੇ। ਅਗਲੀ ਕਾਨਫਰੰਸ ਵੀ ਅਸੀਂ ਜੂਨ ਦੇ ਵਿੱਚ 26, 27 ਅਤੇ 28 ਜੂਨ ਨੂੰ ਟੋਰਾਂਟੋ ਦੇ ਵਿੱਚ ਆਲਰੇਡੀ ਅਨਾਉਂਸ ਕਰ ਦਿੱਤੀ ਹੈ ਅਤੇ ਅਸੀਂ ਉੱਥੇ ਜਾ ਕੇ ਸਾਰੇ ਮਿਲਾਂਗੇ। ਅਤੇ ਬਾਕੀ ਜਿਹੜਾ ਪ੍ਰੋਗਰਾਮ ਹੋਰ ਕੀ ਹੈਗਾ ਜੀ ਆਪਣਾ ਇਹ ਸਾਰੀਆਂ ਜਿਹੜੀਆਂ ਪ੍ਰੋਗਰਾਮ ਨੇ ਅਸੀਂ ਲਿਖੇ ਨੇ ਅਤੇ ਇਹਦੇ 'ਚ ਅਸੀਂ ਇੱਥੇ ਇੰਪਲੀਮੈਂਟ ਕਰਾਂਗੇ। ਅੱਜ ਅਸੀਂ ਤਕਰੀਬਨ 40 ਬੰਦਿਆਂ ਨੂੰ ਆਨਰ ਕਰਾਂਗੇ ਇੱਥੇ, ਅਤੇ ਬਾਕੀ ਜਿਹੜੀ ਨੈਕਸਟ ਸਾਡੀ ਕਾਨਫਰੰਸ ਆ ਸੁਲਤਾਨਪੁਰ ਦੇ ਵਿੱਚ ਹੋਵੇਗੀ, ਜਿੱਥੇ ਅਸੀਂ 28 ਨੂੰ ਹੈ, ਉੱਥੇ ਅਸੀਂ 30-40 ਬੰਦੇ ਨੂੰ ਹੋਰ ਆਨਰ ਕਰਾਂਗੇ। ਇੱਕ ਅਸੀਂ ਕਾਨਫਰੰਸ ਲਾਹੌਰ ਦੇ ਵਿੱਚ ਕਰ ਰਹੇ ਹਾਂ, ਉੱਥੇ ਜਿਹੜੇ ਪਾਕਿਸਤਾਨ ਦੇ ਵੀਰ ਨੇ ਉਹਨਾਂ ਦੇ ਵਿੱਚ 20 ਬੰਦਿਆਂ ਨੂੰ ਆਨਰ ਕਰਾਂਗੇ। ਜਿਹੜੇ ਬਾਕੀ ਰਹਿ ਜਾਏਗੇ ਉਹਨਾਂ ਨੂੰ ਅਸੀਂ ਟੋਰਾਂਟੋ ਦੇ ਵਿੱਚ ਜਦੋਂ ਸਾਡੀ ਕਾਨਫਰੰਸ ਹੋਏਗੀ ਉੱਥੇ ਬੁਲਾ ਕੇ ਸਰ ਜਿਹਨੂੰ ਆਨਰ ਕਰ ਰਹੇ ਹੋ ਮਤਲਬ ਲੋਕਲ ਹੈਗੇ ਪੂਰੇ ਪੰਜਾਬ ਤੋਂ ਕਿਹੜੇ ਵੱਖ ਵੱਖ ਸਾਰੇ ਪੰਜਾਬ ਤੋਂ, ਸਾਰੇ ਪੰਜਾਬ ਦੇ ਵਿੱਚ ਇਹ ਬੰਦੇ ਠੀਕ ਹੈ ਜਾਂ ਇੰਡੀਆ ਦੇ ਵਿੱਚ। ਠੀਕ ਹੈ ਜੀ।